ਗੁਰੂ ਵਾਹਿਗੁਰੂ 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 ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਤੀਜਾ। ਤੀਜੇ ਪਾਤਸ਼ਾਹ गुरु अमरदास महाराज निमाणियों के मान निताणियों के तान नी ओटियां दी ओट नी आसरियां दे आसरे नी गतियां दी गत नी पत्तियां दी पत नी धरियां दे धर नी लजियां दे लज पीरां दे पीर। 12 वर तीजे पातशाह जी नूं श्री गुरु अंगद देव महाराज जी ने बख्शे सन। आखो सतनाम श्री वाह। किस सदके? सेवा दे सदके। ये सेवा जो सेवक बन के करता है, सतगुरु महाराज अपनी खुशियां बख्शते हैं। घर पहले अंदर ये बाणी उचारी गई है, एक ओंकार सतगुर प्रसाद। सेवक सेव करे सब तेरी, जिन शब्दा साध आया। सेवक सेव कमाउंदे हन, सेवा करते हन, पर जिन्हां नूं शब्द दे विच रस आना शुरू हो गया, बाणी दी विचार दे विच शब्द के अंदर रस आना शुरू हो गया। गुर किरपा ते निर्मल होआ, जिन विचों आप गवाया। गुरु किरपा नाल ना उन्हां दा मन निर्मल हो जाता है। निर्मल होने का फायदा की है? निर्मल होने तो बाद वो अपना आपा गवाना शुरू कर दिंदा है, जिन विचों आप गवाया। उन्हां नूं जिन्हां ने अपने आपे नूं कंट्रोल कर लिया है, उन्हां दा मन दिन बर दिन सतगुरु महाराज जी की कृपा ने निर्मल होना
ਸ਼ੁਰੂ ਹੋ ਜਾਂਦਾ। ਆਖੋ ਸਤਨਾਮ ਸ਼੍ਰੀ। ਆਨ ਦਿਨ ਗੁਣ ਗਾਵੇ ਨਿਤ ਸਾਚੇ, ਗੁਰ ਕਾ ਸ਼ਬਦ ਸੁਆਇਆ। ਹਰ ਦਿਨ ਜੋ ਜ਼ਿੰਦਗੀ ਦਾ ਸਾਡੇ ਆਂਦਾ ਹੈ, ਉਹਦੇ ਅੰਦਰ ਗੁਣ ਗਾਇਆ ਕਰੋ ਉਸ ਸੱਚੇ ਦੇ, ਉਸ ਮਿੱਤਰ ਪਿਆਰੇ ਗੁਰੂ ਦੇ ਗੁਣ ਗਾਣੇ ਸ਼ੁਰੂ ਕਰ ਦੋ। ਗੁਰ ਕਾ ਸ਼ਬਦ ਸੁਹਾਇਆ, ਜਿਨ੍ਹਾਂ ਦੀ ਪ੍ਰਾਪਤੀ ਸਿਰਫ ਸ਼ਬਦ ਗੁਰੂ ਨਾਲ ਹੋਏਗੀ। ਸ਼ਬਦ ਦੀ ਵਿਚਾਰ, ਸ਼ਬਦ ਦੀ ਵਿਚਾਰ ਸੁਣ ਕੇ ਫਿਰ ਉਸ ਤੋਂ ਬਾਅਦ ਕਮਾਣਾ, ਇਸ ਤਰ੍ਹਾਂ ਮਨ ਨਿਰਮਲ ਹੁੰਦਾ ਹੈ ਜੀ। ਮੇਰੇ ਠਾਕੁਰ ਹਮ ਬਾਰਿਕ ਸ਼ਰਨ ਤੁਮਾਰੀ। ਇਹ ਮੇਰੇ ਠਾਕੁਰ, ਅਸੀਂ ਬੱਚੇ ਹਾਂ, ਬਾਰਿਕ ਹਾਂ, ਤੁਹਾਡੀ ਸ਼ਰਨ ਵਿੱਚ ਆਏ ਹਾਂ। ਤੁਹਾਡੀ ਸ਼ਰਨ ਵਿੱਚ ਆ ਕੇ ਸੁਖ ਮਿਲਦੇ ਹੋਏ। ਏਕੋ ਸੱਚਾ ਸੱਚ ਤੂੰ, ਕੇਵਲ ਆਪ ਮੁਰਾਰੀ। ਇੱਕ ਪਰਮਾਤਮਾ ਹੀ ਸੱਚਾ ਤੇ ਪਵਿੱਤਰ ਹੈ। ਕੇਵਲ ਆਪ ਮੁਰਾਰੀ। ਪਰਮਾਤਮਾ ਮੁਰਾਰੀ ਹੈ, ਭਗਵਾਨ ਹੈ। ਰਹਾਉ ਜਾਗਤ ਰਹੇ ਤਿਨੀ ਪ੍ਰਭ ਪਾਇਆ। ਜਣੇ ਆਪਣੇ ਮਨ ਨੂੰ ਜਗਾ ਲੈਂਦੇ ਹਨ, ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀਆਂ ਹੋ ਜਾਂਦੀਆਂ। ਸ਼ਬਦ ਹੋਮੈ ਮਾਰੀ। ਸ਼ਬਦ ਦੇ ਸਦਕੇ ਉਹਨਾਂ ਦੀ ਮੇਰੀ ਮਿਟ ਜਾਂਦੀ ਹੈ। ਗਿਰਹੀ ਮੈਂ ਸਦਾ ਹਰ ਜਨ ਉਦਾਸੀ। ਗ੍ਰਸਤ ਦੇ ਅੰਦਰ ਜਿਹੜੇ ਹਰੀਜਨ ਹੁੰਦੇ ਹੈ, ਰਹਿੰਦੇ ਤੇ ਗ੍ਰਸਤੀ 'ਚ ਹੈ, ਪਰ ਉਦਾਸ ਨੇ। ਮਨ ਉਦਾਸ ਹੁੰਦਾ ਹੈ, ਵਿਰਾਗ ਵਿੱਚ ਹੁੰਦਾ ਹੈ। ਜਿਸ ਤਰ੍ਹਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨ ਸੀ, ਗਿਰਹੀ ਵਿੱਚ ਸੀ, ਗ੍ਰਸਤ ਵਿੱਚ ਸਨ, ਪਰ ਉਦਾਸ ਸਨ। ਗਿਆਨ ਤਤ ਵਿਚਾਰੀ। ਇਹ ਗਿਆਨ, ਇਹ ਤਤ ਉਹਨਾਂ ਨੂੰ ਪ੍ਰਾਪਤ ਹੋਇਆ ਹੈ ਗੁਰਬਾਣੀ ਤੋਂ। ਸਤਿਗੁਰ ਸੇਵ ਸਦਾ ਸੁਖ ਪਾਇਆ। ਸਤਿਗੁਰ ਦੀ ਸੇਵਾ ਕਰਨ ਨਾਲ ਸਦਾ ਹੀ ਸੁਖ ਪ੍ਰਾਪਤ ਹੁੰਦੇ। ਹਰ ਰਾਖਿਆ ਉਰ ਧਾਰੀ। ਸਤਿਗੁਰ ਮਹਾਰਾਜ ਆਪਣੇ ਭਗਤਾਂ ਦੀ ਰੱਖਿਆ ਕਰਦੇ ਹਨ, ਸੇਵਕਾਂ ਦੀ ਪੈਜ ਰੱਖਦੇ ਹਨ। ਇਹੋ ਮਨੁਆ ਦੈ ਦਿਸ ਧਾਵਦਾ। ਇਹ ਜਿਹੜਾ ਮਨ ਹੈ ਨਾ ਸਾਡਾ, ਇਹ ਜੰਜਾਲਾਂ ਵਿੱਚ ਹਜੇ ਵੀ ਫਸਿਆ ਹੈ। ਇੱਥੇ ਬੈਠੇ ਬੈਠੇ ਹੀ ਕਈਆਂ ਦਾ ਮਨ ਉਡਾਰੀ ਵਿੱਚ ਹੈ। ਕਈ ਤਾਂ ਬੜੇ ਹੀ ਇਕਾਗਰ ਮਨ ਨਾਲ ਕਥਾ ਸੁਣਦੇ ਹਨ, ਅੰਮ੍ਰਿਤ ਭੋਜਨ ਛਕਦੇ ਹਨ ਕਥਾ ਰੂਪ। ਕਹਿੰਦੇ ਕਥਾ ਦਾ ਬਹੁਤ ਲਾਭ ਹੈ। ਕਥਾ ਵਿਚਾਰ ਦਾ ਇਹ ਲਾਭ ਹੈ, ਜਿਸ ਤਰ੍ਹਾਂ ਕਿਸਾਨ ਆਪਣੀ ਖੇਤੀ ਬੀਜ ਲਵੇ, ਉਹਨੂੰ ਪਾਣੀ ਦੀ ਲੋੜ ਪਵੇ ਤੇ ਉੱਪਰੋਂ ਸਿੰਦਾ ਸਿੰਦਾ ਮੀਂਹ, ਹਲਕੀ ਹਲਕੀ ਬਾਰਿਸ਼, ਜੋ ਸਾਰਾ ਦਿਨ ਕਣੀਆਂ ਪੈਂਦੀ, ਉਹ ਕਥਾ ਦੇ ਰੂਪ ਬਰਾਬਰ ਹੈ। ਉਹ ਧੀਰੇ ਧੀਰੇ ਧਰਤੀ ਨੂੰ, ਬੀਜ ਨੂੰ ਬਹੁਤ ਫਾਇਦਾ ਕਰਦੀ ਹੈ ਕਥਾ। ਕੀਰਤਨ ਜੋ ਹੈ, ਕੀਰਤਨ ਇੱਕ ਤੇਜ਼ ਬਾਰਿਸ਼ ਆਉਂਦੀ ਨਾ, ਕਈ ਵਾਰ ਸਾਰਾ ਕੁਝ ਗਿੱਲਾ ਹੋ ਜਾਂਦਾ, ਧਰਤੀ, ਪੇੜ ਪੌਦੇ, ਉਹਨੂੰ ਕਹਿੰਦੇ ਤੇਜ਼ ਬਾਰਿਸ਼ ਦੇ ਮੀਂਹ ਵਰਗਾ ਹੈ ਕੀਰਤਨ। ਇੱਕਦਮ ਹੀ ਭਿਜਾ ਦਿੰਦਾ ਹੈ। ਜਿਹੜਾ ਸਿਮਰਨ ਹੈ ਵਾਹਿਗੁਰੂ ਵਾਹਿਗੁਰੂ ਜੋ ਤੁਸੀਂ ਬੋਲਦੇ ਹੋ, ਇਹ ਜਿਸ ਤਰ੍ਹਾਂ ਖੂਹ ਦੇ ਵਿੱਚ ਕੋਈ ਇਨਸਾਨ ਬਾਲਟੀਆਂ ਨਾਲ ਪਾਣੀ ਕੱਢ ਰਿਹਾ ਹੈ ਔਰ ਆਪਣੀ ਖੇਤੀ ਨੂੰ ਦੇ ਰਿਹਾ ਹੈ, ਇਸ ਤਰ੍ਹਾਂ ਇਹ ਵੱਖਰੀ ਵੱਖਰੀ ਤਰੀਕੇ ਨਾਲ ਅਸਰ ਹੁੰਦਾ ਹੈ ਜੀ। ਹਰ ਚੀਜ਼ ਦਾ ਲਾਭ ਹੀ ਲਾਭ ਹੈ, ਘਾਟਾ ਕੋਈ ਨਹੀਂ ਹੈ। ਕੀਰਤਨ ਦਾ ਵੀ ਲਾਭ ਹੈ, ਕਥਾ ਦਾ ਵੀ ਲਾਭ ਹੈ ਵੱਖਰਾ,
ਤੇ ਸਿਮਰਨ ਦਾ ਵੀ ਬਹੁਤ ਜ਼ਿਆਦਾ ਲਾਭ ਹੈ। ਇਹਨਾਂ ਨੇ ਸਾਰਿਆਂ ਨੇ ਹੀ, ਸਭ ਨੇ ਸਾਨੂੰ ਫਾਇਦਾ ਹੀ ਕਰਨਾ ਹੈ। ਤੇ ਗੁਰੂ ਦੀ ਵਿਚਾਰ ਸੁਣਨ ਤੋਂ ਬਾਅਦ ਫਿਰ ਅਮਲੀ ਜੀਵਨ ਬਣਾਇਆ ਕਰੋ। ਉਸ ਵਿਚਾਰ ਨੂੰ ਢਾਲਣ ਦੀ ਕੋਸ਼ਿਸ਼ ਕਰਨੀ ਹੈ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਾ ਪਿਛੈ ਪਛਤਾਏ। ਜਿਨ੍ਹਾਂ ਨੇ ਮੰਨਿਆ ਹੈ ਉਹਨਾਂ ਦੀ ਗਤ ਕਦੀ ਵੀ ਪਰਮਾਤਮਾ ਲਖੀ ਨਹੀਂ ਜਾ ਸਕਦੀ। ਉਹਨਾਂ ਨੇ ਜੀਵਨ ਅੰਦਰ ਤਰੱਕੀ ਕੀਤੀ ਹੈ, ਉਹਨਾਂ ਨੇ ਪ੍ਰਭੂ ਪ੍ਰਾਪਤੀ ਦਾ ਰਸਤਾ ਖੋਲ੍ਹ ਲਿਆ ਹੈ। ਇਹ ਮਨੁਆ ਦਹਿ ਦਿਸ ਧਾਵ ਦਾ, ਇਹ ਦਸਾਂ ਦਿਸ਼ਾ ਦੇ ਵਿੱਚ ਮਨੁਆ ਸਾਡਾ ਘੁੰਮਦਾ ਹੈ। ਦੂਜੇ ਭਾਏ ਖੁਆਇਆ, ਦੂਜੇ ਭਾਏ ਇਹ ਆਪਣੇ ਆਪ ਨੂੰ ਲਗਾ ਲੈਂਦਾ ਹੈ। ਮੁਗਧ ਜਿਹੜੇ ਮਨਮੁਖ ਹੈ ਉਹ ਮੂਰਖ ਸਮਾਨ ਹਨ, ਮੁਗਧ ਹਨ। ਹਰ ਨਾਮ ਨਾ ਚੇਤਾ ਹੈ, ਉਹਨਾਂ ਦੇ ਮਨ ਵਿੱਚ ਨਾਮ ਯਾਦ ਨਹੀਂ ਹੈ। ਬਿਰਥਾ ਜਨਮ ਗਵਾਇਆ, ਬਿਰਥਾ ਹੀ ਆਪਣੇ ਆਪ ਨੂੰ ਗਵਾ ਰਹੇ ਹਨ। ਵਿਸ਼ਵਾਸਾਂ ਦੀ ਪੂੰਜੀ ਉਹਨਾਂ ਦੀ ਦਿਨ ਬਰ ਦਿਨ ਘਟਦੀ ਜਾ ਰਹੀ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸਤਿਗੁਰ ਭੇਟੇ ਤਾਂ ਨਾਉ ਪਾਏ। ਜੇ ਸਤਿਗੁਰ ਜੀ ਚਾਹਣ ਤੇ ਨਾਮ ਦੀ ਪ੍ਰਾਪਤੀ ਹੁੰਦੀ ਹੈ, ਸਿਮਰਨ ਦੀ ਪ੍ਰਾਪਤੀ ਹੋ ਜਾਂਦੀ ਹੈ। ਹੋਮੈ ਮੋਹ ਚੁਕਾਇਆ, ਹੋਮੇ ਨੇ, ਇਹ ਹੋਮੇ ਜਿਹੜਾ ਮੋਹ ਹੈ, ਮੋਹ ਵੀ ਕਿਸੇ ਚੀਜ਼ ਦਾ, ਬੱਚਿਆਂ ਦਾ, ਪ੍ਰੋਪਰਟੀ ਦਾ, ਇਹ ਵੀ ਤਰੱਕੀ ਦਾ ਰਸਤਾ ਰੋਕਦੇ ਹਨ। ਇਹ ਦੋਨੋਂ ਚੀਜ਼ਾਂ ਦੂਰ ਹੋ ਜਾਂਦੀਆਂ। ਸਤਿਗੁਰ ਕਹਿੰਦੇ ਨਾਮ ਨਾਲ ਦੂਰ ਹੁੰਦੀਆਂ। ਹਰ ਜਨ ਸਾਚੇ ਸਾਚ ਕਮਾਵੇ, ਹਰੀ ਜਨ ਸੱਚੇ ਨਾਲ ਜੁੜਦੇ ਹਨ ਤੇ ਸੱਚ ਦੀ ਕਮਾਈਆਂ ਕਰਦੇ ਹਨ। ਗੁਰ ਕਾ ਸ਼ਬਦ ਵਿਚਾਰੀ, ਗੁਰੂ ਦੇ ਸ਼ਬਦ ਦੀ ਵਿਚਾਰ ਸੁਣਦੇ ਹਨ, ਮੰਨਦੇ ਹਨ। ਆਪੇ ਮੇਲ ਲਏ ਪ੍ਰਭ ਸਾਚਾ। ਸਤਿਗੁਰ ਮਹਾਰਾਜ ਆਪੇ ਹੀ ਆਪਣੇ ਜਨਾਂ ਨੂੰ, ਭਗਤਾਂ ਨੂੰ ਮੇਲ ਲੈਂਦੇ ਹਨ। ਸਾਚ ਰੱਖਿਆ ਉਰ ਤਾਰੀ, ਨਾਨਕ ਨਾਵੋ ਗਤ ਮਤ ਪਾਈ, ਇਹ ਆ ਰਾਸ ਹਮਾਰੀ। ਸਤਿਗੁਰ ਨਾਨਕ ਸਾਹਿਬ ਕਹਿੰਦੇ ਇਹ ਰਾਸ ਜਿਹੜੀ ਪੂੰਜੀ ਹੈ ਨਾ ਨਾਮ ਦੀ, ਇਹੀ ਸਾਡੀ ਗਤਮਿਤ ਕਰਾਏਗੀ। ਸਾਨੂੰ ਮਾਇਆ ਨਾਲ ਕੀ ਲੈਣਾ ਹੈ? ਖਜ਼ਾਨੇ ਜੋੜ ਕੇ ਕੀ ਕਰਨੇ ਹਨ? ਆਪਾਂ ਨੇ ਤੇ ਸਿਰਫ ਨਾਮ ਧਨ ਇਕੱਠਾ ਕਰਨਾ ਹੈ। ਸੰਸਾਰ ਵਿੱਚ ਜਿੰਨੀ ਵੀ ਉਮਰ ਹੈ ਗੁਰੂ ਨੇ ਬਖਸ਼ੀ ਹੈ, ਵੱਧ ਤੋਂ ਵੱਧ ਨਾਮ ਜਪਣਾ ਹੈ, ਜਪਾਣਾ ਹੈ, ਜੋ ਨਾਲ ਜਾਣਾ ਹੈ। ਬਾਕੀ ਪਦਾਰਥ ਤੇ ਮਾਇਕ ਪਦਾਰਥ ਹਨ, ਇਹਨਾਂ ਤੇ ਵਿਛੜ ਹੀ ਜਾਣਾ ਹੈ। ਸੱਚਾਈ ਤੇ ਇਹ ਹੈ। ਠੀਕ ਹੈ, ਇਹਨਾਂ ਬਿਨਾਂ ਗੁਜ਼ਾਰਾ ਵੀ ਨਹੀਂ ਹੈ ਗ੍ਰਸਤੀ ਦਾ। ਗ੍ਰਸਤੀ ਨੂੰ ਹਰ ਚੀਜ਼ ਦੀ ਲੋੜ ਪੈਂਦੀ ਹੈ, ਪਰ ਜ਼ਰੂਰਤ ਅਨੁਸਾਰ, ਸ਼ੌਂਕ ਨਾਲ ਨਹੀਂ ਇਕੱਠੀ ਕਰੋ। ਜ਼ਰੂਰਤ ਜਿੰਨਾ ਗੁਜ਼ਾਰਾ ਹੋ ਜਾਵੇ, ਭਾਵੇਂ ਥੋੜੀ ਹੋਵੇ ਤਾਂ ਵੀ ਗੁਜ਼ਾਰਾ। ਜੇ ਜ਼ਿਆਦਾ ਹੋਏ ਤੇ ਉਹਦੀ ਕਿਰਪਾ ਹੈ। ਭਾਵ ਆਪਣੇ ਆਪ ਨੂੰ ਜ਼ਿਆਦਾਤਰ ਬਾਣੀ ਦੇ ਨਾਲ ਹੀ ਵਿਅਸਤ ਰੱਖਣਾ ਹੈ। ਜ਼ਿਆਦਾਤਰ ਸਮਾਂ ਜਿਨ੍ਹਾਂ ਕੋ ਕਿਰਤ ਕਰਨੀ ਹੈ, ਕਮਾਈ ਕਰਨੀ ਹੈ, ਜਿਸ ਤਰ੍ਹਾਂ ਆਪ ਜੀ ਦੀ ਲਿਖੀ ਹੈ ਸੰਸਾਰ ਵਿੱਚ, ਉਹ ਆਪੇ ਹੀ ਸਤਿਗੁਰ ਮਹਾਰਾਜ ਆਪ ਜੀ ਨੂੰ ਸਮਾਂ ਅੰਤੇ ਬਖਸ਼ ਦੇਣ। ਕਿਰਤ ਧੱਕੇ ਦੇ, ਜਿੱਥੇ ਵੀ ਜਾਓਗੇ ਸ਼ਹਿਰ ਵਿੱਚ, ਭਾਵੇਂ ਵਿਦੇਸ਼ਾਂ 'ਚ ਜਾਓ ਚਾਹੇ ਦੇਸ਼ਾਂ ਵਿੱਚ ਰਹੋ, ਤੁਹਾਡੀ ਕਿਰਤ ਬੁਲਾਏਗੀ ਜੀ। ਤੁਹਾਡੀ ਕਿਰਤ ਆਪਣੇ ਆਪ ਹੀ ਤੁਹਾਡੇ ਸਾਹਮਣੇ ਆਈ ਜਾਏਗੀ। ਪਰ ਜਿਹੜਾ ਬੰਦਾ ਬੇਪਰਵਾਹੀ ਰੱਖਦਾ ਹੈ, ਨਾਮ ਔਰ ਬਾਣੀ ਵਿੱਚ ਰਹਿੰਦਾ ਹੈ ਹਰ ਵਕਤ, ਉਹਦੀ ਫਿਕਰ ਪ੍ਰਮਾਤਮਾ ਆਪ ਕਰਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਪ ਜੀ ਨੂੰ ਭਗਤਾਂ ਦੇ ਜੀਵਨ ਦੇ ਬਾਰੇ ਬੈਣੀ ਭਗਤ ਦੀ ਉਸ ਦਿਨ ਕਥਾ ਸਾਂਝ ਕੀਤੀ ਗਈ ਸੀ। ਕਿਸ ਤਰ੍ਹਾਂ ਫਿਕਰ ਲੱਗ ਗਈ ਸੀ, ਕਿਸ ਤਰ੍ਹਾਂ ਉਹਨਾਂ ਦੀ ਲਾਜ ਰੱਖੀ, ਪੱਤ ਰੱਖੀ ਸਤਿਗੁਰੂ ਮਹਾਰਾਜ।
कबीर जी, रविदास जी, सदना, कसाई, सैन नाई, धन्ना भगत, फरीद जी, नामदेव जी, भगत पीपा जी, रामानंद जी, ये भगतां ने नाम जपिया ते जपाया ही है। ते थोड़ी जी किरत जो घर करते सन, कमाई करते सन, वो भी साधु संतां विच वरता दिंदे सी। आखो सतनाम श्री, वो भी नहीं रखनी। रुपए दिन का 2 4 5 जिन्हें समानुसार जो भी वैल्यू सी पैसे की थोड़ा कमाते सी, ते वो भी लंगर लिया के घर दे विच ही वरतावा कर देना, भुखे नूं भोजन छका देना, ते नाम दी गल्लां करनियां, कथा कहानियां छेड़ देनियां, सारा पंगत लगवा देनी घर च, संगत आंदी रहिंदी सी उन्हां दे घरां। इस तरह उन्होंने जीवन निर्वाह किया है। ते अज देख लो कितनी उच्ची पदवी मिल गई है। साडे वर्गे सोचते होणगे कि यह केड़ा जीवन है, किस तरह हो सकता है कि नाम जपदे जपदे किरत करते, थोड़ी किरत के नाल ही गुजारा हो गया उन्हों का। नहीं होया है, सच्ची गल है। उन्होंने किसी गल की घाट नहीं सी। भगत रविदास जी ना बहुत गरीब सन, बहुत गरीबी सी। परमात्मा नूं भी दया आई भगत उपर कि रविदास बेचारा जुत्तियां गंढदे हैं घर ते सुच्ची किरत करते हैं, पर इन्ना माया नहीं इन्हां कोल। जड़ा भी माया है थोड़ा बहुत भोजन छका देंदे हैं साधुआं नूं। जे मैं इन्हों माया खुली वरता देवां रविदास भगत नूं, फिर ये बहुत ज़्यादा परोपकार कर सकणगे, फिर होर दुनिया नूं लंगर छकाणगे, होर ज़्यादा मेले लगा देंगे। परमात्मा रविदास भगत जी नाल मिलन साधु का रूप धार के घर विच आ गए। कुटिया विच रविदास जी साधु का रूप धारिया है। भगत रविदास जी ने सत्कार करके परमात्मा नूं बिठाया है, ते जल पानी लंगर अगे रखिया है कि महापुरुषो ये लंगर पानी छको, ये साडा फर्ज है, साडी किरत है, असी आप जी ने सेवा करनी है। परमात्मा बहुत खुशी नाल लंगर छकिया है रविदास भगत जी के हथों। फिर जान वक्त परमात्मा जी ने जो साधु का रूप धारिया सी, पारस पत्थर झोले विचों कढ़िया है कि भगत रविदास अज तो ये कीमती पत्थर आप जी का है। आखो सतनाम श्री वाह। वो कहते इहदा की कम पत्थर का, कहते देखो इहदे बहुत फायदे हैं। जिन्ना भी लोड़ अनुसार जितना कोई लोहे की चीज़ है, ये पत्थर छुआ देना है बस तुसीं। उन्हें सोनिया का रूप, सोने का रूप धार लेना है, गोल्ड। वो महंगी धातु है, फिर तुसी वेच के उन्होंने होर भी साधुआं नूं लंगर छकाओ, होर भी सेवा खलकत दी मनुखां दी करया करो। हुण भगत रविदास जी मुस्कुरान लग गए, कहते मनु तां नाम धन तो उपर कोई पदार्थ लगता ही नहीं। आखो सतनाम श्री वाह। कह दुनिया नाम नाल चल रही है, ते नाम ही इकट्ठा करना चाहिए है। ये सोना, ये माया दे पदार्थ, इहदा की लाभ है। खैर जे तुसी इन्नी जिद कर रहे हो, सामने कुटिया ने एक झोला जिहा टंगिया सी, कहते इस झोले दे विच पत्थर पा दो। हाँ, जदों आप जी चाहो ये पत्थर अपनी अमानत तौर पर वापस ले जा सकते हो। आखो सतनाम श्री वाह। रविदास जी ने लालच लोभ नहीं दिखाया, बिल्कुल भी। परमात्मा ने आप वो पत्थर उस झोले च पाया। आप
ਭਗਤ ਜੀ ਨੇ ਅਜੇ ਛੂਹਿਆ ਵੀ ਨਹੀਂ ਪੱਥਰ। ਹੁਣ ਇੰਨਾ ਕਹਿ ਕੇ ਸਾਧੂ ਦਾ ਰੂਪ ਧਾਰ ਕੇ ਪਰਮਾਤਮਾ ਉਧਰੋਂ ਅਲੋਪ ਹੋ ਗਏ ਹਨ। ਕੁਝ ਕੁ ਸਾਲਾਂ ਬਾਅਦ ਪਰਮਾਤਮਾ ਨੇ ਧਿਆਨ ਨਾਲ ਦੇਖਿਆ ਰਵਿਦਾਸ ਭਗਤ ਉਸੇ ਤਰ੍ਹਾਂ ਹੀ ਜੁੱਤੀਆਂ ਗੰਢ ਰਹੇ ਹਨ, ਉਹੀ ਗਰੀਬੀ ਦੀ ਹਾਲਤ ਹੈ ਸੇਮ ਜੋ ਪਹਿਲੇ ਛੱਡ ਕੇ ਗਏ ਸੀ। ਹੁਣ ਧਰਤੀ ਤੇ ਫਿਰ ਪ੍ਰਮਾਤਮਾ ਅੱਜ ਸਾਧੂ ਦਾ ਭੇਖ ਧਾਰ ਕੇ ਆ ਗਏ ਹਨ। ਭਗਤ ਰਵਿਦਾਸ ਦੇ ਦਰਵਾਜ਼ੇ ਤੇ ਝੋਪੜ ਤੇ ਖੜੇ ਹਨ ਤੇ ਬੋਲਦੇ ਹਨ, ਰਵਿਦਾਸ ਪਛਾਣ ਲਿਆ? ਕਹਿੰਦੇ ਕਿਉਂ ਨਹੀਂ ਪਹਿਚਾਨਾਂਗਾ, ਆਪ ਜੀ ਤਾਂ ਸਾਡੇ ਘਰ ਪਹਿਲਾਂ ਵੀ ਆਏ ਸਨ ਸਾਧੂ ਮਹਾਰਾਜ। ਪਰਮਾਤਮਾ ਕਹਿੰਦੇ ਮੈਂ ਤੁਹਾਨੂੰ ਕੋਈ ਪੱਥਰ ਦਿੱਤਾ ਸੀ ਅਮਾਨਤ ਤੌਰ ਤੇ, ਉਹ ਕਿੱਥੇ ਹੈ? ਕਹਿੰਦੇ ਉਹ ਤਾਂ ਉਸੇ ਦਿਨ ਦਾ ਹੀ, ਜਿਸ ਦਿਨ ਆਪ ਜੀ ਰੱਖ ਗਏ ਸੀ ਝੋਲੇ 'ਚ, ਉਸੇ ਦਿਨ ਦਾ ਹੀ ਉੱਥੇ ਦਾ ਉੱਥੇ ਹੀ ਪਿਆ ਹੈ। ਆਖੋ ਸਤਨਾਮ ਸ਼੍ਰੀ ਵਾਹ। ਮੈਂ ਤਾਂ ਕਿਸੇ ਚੀਜ਼ ਉੱਪਰ ਵਰਤੇ ਹੀ। ਕਹਿੰਦੇ ਹੈ? ਕਹਿੰਦੇ ਪਰ ਮੈਂ ਤੁਹਾਨੂੰ ਕਿਹਾ ਸੀ ਤੁਸੀਂ ਵਰਤ ਲੈਣਾ। ਕਹਿੰਦੇ ਮੈਨੂੰ ਲੋੜ ਹੀ ਨਹੀਂ ਪਈ, ਮੇਰੇ ਦਿਨ ਗੁਜ਼ਰ ਰਹੇ ਹਨ ਬੜੀ ਖੁਸ਼ੀਆਂ ਨਾਲ ਨਾਮ ਜਪਦੇ। ਪਰਮਾਤਮਾ ਉਸੇ ਵਕਤ ਪਹਿਲੇ ਤੇ ਪੱਥਰ ਵਾਪਸ ਲਿੱਤਾ ਝੋਲੇ 'ਚੋਂ, ਫਿਰ ਇੱਕਦਮ ਹੀ ਰੂਪ ਧਾਰ ਲਿਆ, ਦਰਸ਼ਨ ਦੇਤੇ ਰਵਿਦਾਸ ਭਗਤ। ਦਰਸ਼ਨ ਦੇ ਕੇ ਪਰਮਾਤਮਾ ਜੀ ਕਹਿੰਦੇ, ਰਵਿਦਾਸ ਤੂੰ ਅਸਲੀ ਪਾਰਸ ਹੈ, ਇਹ ਪੱਥਰ ਤਾਂ ਫਿਰ ਵੀ ਪਾਰਸ ਦਾ ਰੂਪ ਹੈ, ਇਹਦੀ ਇੰਨੀ ਖਾਸੀਅਤ ਨਹੀਂ ਹੈ ਜਿੰਨੀ ਤੇਰੀ ਹੈ। ਕਹਿੰਦੇ ਤੂੰ ਜਿਹਦੇ ਨਾਲ ਵੀ ਛੂਏਂਗਾ, ਯਾਨੀ ਤੇਰਾ ਕੋਈ ਸੰਗੀ ਵੀ ਹੋਏਗਾ ਉਹ ਵੀ ਤਰ ਜਾਏਗਾ। ਆਖੋ ਸਤਨਾਮ ਸ਼੍ਰੀ ਵਾਹ। ਤੂੰ ਚੰਦਨ ਔਰ ਸੋਨੇ ਤੋਂ ਵੀ ਵਧੇਕ ਹੋ ਗਿਆ ਹੈ, ਤੇਰੀ ਖੁਸ਼ਬੂ ਸਾਰੇ ਸੰਸਾਰ ਵਿੱਚ ਫੈਲੇ। ਜੋ ਭਗਤ ਰਵਿਦਾਸ ਜੀ ਦੀ ਕਥਾ, ਜੋ ਭਗਤ ਰਵਿਦਾਸ ਜੀ ਦਾ ਸੰਗ ਕਰੇਗਾ, ਉਹਦੇ ਅੰਦਰ ਨਿਮਰਤਾ ਆਏਗੀ, ਗਰੀਬੀ ਆਏਗੀ ਤੇ ਨਾਮ ਦੇ ਨਾਲ ਜੁੜੇਗਾ, ਬਾਣੀ ਨਾਲ ਜੁੜੇਗਾ। ਭਗਤ ਰਵਿਦਾਸ ਜੀ ਨੂੰ ਵਰ ਦਿੱਤੇ ਪ੍ਰਮਾਤਮਾ ਨੇ, ਕਹਿੰਦੇ ਤੁਸੀਂ ਅਸਲੀ ਪਾਰਸ, ਇਸ ਕੀਮਤੀ ਪੱਥਰ ਤੋਂ ਵੀ ਮਹਿੰਗੇ ਪਾਰਸ ਤੁਸੀਂ ਬਣ ਗਏ ਹੋ। ਤੇ ਆਪ ਜੀ ਬਿਲਕੁਲ ਸੱਚ ਕਹਿੰਦੇ ਸੀ, ਤੁਹਾਨੂੰ ਇਸ ਪੱਥਰ ਦੀ ਲੋੜ ਨਹੀਂ ਹੈ। ਤੇ ਉਹ ਸਾਧੂ ਰੂਪ ਪਰਮਾਤਮਾ ਦਰਸ਼ਨ ਦੇ ਕੇ ਭਗਤ ਰਵਿਦਾਸ ਜੀ ਨੂੰ ਵਾਪਸ ਦਰਗਾਹ ਵਿੱਚ ਸੱਚਖੰਡ ਵਿੱਚ ਵਿਰਾਜਮਾਨ ਹੋ ਗਏ। ਆਖੋ ਸਤਨਾਮ ਸ਼੍ਰੀ ਵਾਹ। ਇਹ ਭਗਤਾਂ ਦੀ ਫਿਕਰ, ਇਹ ਇਮਤਿਹਾਨ ਲੈਂਦੇ ਹਨ ਆਪ ਜੀ ਪ੍ਰਭੂ, ਤੇ ਨਾਮ ਹੀ ਸਾਨੂੰ ਸਾਰਿਆਂ ਨੂੰ ਤਾਰੇਗਾ। ਨਾਮ ਜਪਣਾ ਜਪਾਣਾ ਸ਼ੁਰੂ ਕਰ ਦੋ, ਅਭਿਆਸ ਕਰਿਆ ਕਰੋ। ਇਕਾਂਤ ਵਿੱਚ ਬੈਠ ਕੇ 2-4 ਸੰਗੀ ਇਕੱਠੇ ਕਰਕੇ ਨਾ, ਉਹਨਾਂ ਨੂੰ ਵੀ ਕਿਹਾ ਕਰੋ, ਭਾਈ ਜਪੋ ਵਾਹਿਗੁਰੂ। ਸਾਰੇ ਇਕੱਠੇ ਹੋ ਕੇ ਇੱਕ ਦੂਜਿਆਂ ਨੂੰ ਸੰਗੀ ਹੋ ਜਾਇਆ ਕਰੋ ਤੇ ਵਾਹਿਗੁਰੂ ਦਾ ਸਿਮਰਨ ਕਰਾਇਆ ਕਰੋ। ਦੇਖਣਾ ਕਿਸ ਤਰ੍ਹਾਂ ਬਰਕਤਾਂ ਪੈਣਗੀਆਂ, ਕਿੱਥਾਂ ਘਰ ਦੇ ਅੰਦਰ ਆਪ ਜੀ ਦੇ ਬਰਕਤਾਂ, ਨਾਮ ਦੀਆਂ ਰਿੱਧੀਆਂ ਸਿੱਧੀਆਂ ਆਪ ਜੀ ਦੀ ਸੇਵਾ ਕਰਨਗੀਆਂ। ਨਾਮ ਨਾਲ ਸਾਰੇ ਪਦਾਰਥ, ਤੁਹਾਨੂੰ ਮੰਗਣ ਦੀ ਵੀ ਲੋੜ ਨਹੀਂ ਪਏਗੀ, ਐਸੀ ਸ਼ਕਤੀ ਹੈ ਨਾਮ ਵਿੱਚ। ਆਓ ਸਾਰੇ ਨਾਮ ਜਪ ਕੇ ਸਾਰੇ ਸਮਾਪਤੀ ਵੱਲ ਵਧੀਏ ਜੀ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ।
ਧੰਨ ਗੁਰ ਕਲਗੀਆਂ ਵਾਲੇ ਜੀ, ਧੰਨ ਗੁਰ ਬਾਜਾਂ ਵਾਲੇ ਜੀ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ।